ਹਰਜਸ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਲੇਖਕਾਂ ਦੀਆਂ ਜੀਵਨ ਯਾਦਾਂ ਦੀ ਲੜੀ ਦੇ ਅੰਤਰਗਤ ਅੱਜ ਅਸੀਂ ਤੁਹਾਡੇ ਨਾਲ ਜਸਵੰਤ ਸਿੰਘ ਜ਼ਫਰ ਹੋਰਾਂ ਦੀ ਕਿਤਾਬ ਮੈਨੂੰ ਇਉਂ ਲੱਗਿਆ ਦੇ ਵਿੱਚੋਂ ਉਹਨਾਂ ਦੇ ਜੀਵਨ ਦੀ ਇੱਕ ਯਾਦ ਤੁਹਾਡੇ ਨਾਲ ਸਾਂਝੀ ਕਰਾਂਗੇ, ਜਿਹੜੀ ਮੈਨੂੰ ਤਾਂ ਬਹੁਤ ਦਿਲਚਸਪ ਲੱਗੀ। ਤੇ ਜੇਕਰ ਤੁਸੀਂ ਸੁਣਨਾ ਚਾਹੁੰਦੇ ਹੋ ਤਾਂ ਇਹ ਪੂਰੀ ਸੁਣ ਕੇ ਤੁਸੀਂ ਇਸ ਨਤੀਜੇ ਤੇ ਪਹੁੰਚ ਸਕਦੇ ਹੋ ਕਿ ਤੁਹਾਨੂੰ ਦਿਲਚਸਪ ਲੱਗਦੀ ਆ ਕਿ ਨਹੀਂ, ਕਿਉਂਕਿ ਜ਼ਫਰ ਸਾਹਿਬ ਨੂੰ ਪਿਆਰ ਕਰਨ ਵਾਲੇ ਇਸ ਯਾਦ ਨੂੰ ਬਹੁਤ ਮਾਣ ਨਾਲ, ਬਹੁਤ ਦਿਲਚਸਪੀ ਦੇ ਨਾਲ ਸੁਣਨਗੇ, ਮੈਂ ਇਹ ਉਮੀਦ ਕਰਦੀ ਹਾਂ। ਸੋ ਸ਼ੁਰੂ ਕਰਦੇ ਹਾਂ ਉਹਨਾਂ ਦੀ ਕਿਤਾਬ ਦੇ ਵਿੱਚ, ਜਿਹੜੀ ਉਹਨਾਂ ਨੇ ਇੱਕ ਯਾਦ, ਇੱਕ ਵਾਕਿਆ ਉਹਨਾਂ ਦੀ ਜ਼ਿੰਦਗੀ ਦਾ ਲਿਖਿਆ। ਚਿੱਟੀਓਂ ਕਾਲੀ ਕਾਲੀਓਂ ਚਿੱਟੀ। ਇਹ ਚਿੱਟੀਓਂ ਕਾਲੀ ਕਾਲੀਓਂ ਚਿੱਟੀ ਕੀ ਆ, ਕਿਹੜੀ ਚੀਜ਼ ਆ, ਉਹ ਤਾਂ ਤੁਸੀਂ ਹੁਣ ਇਹ ਲੇਖ ਸੁਣ ਕੇ ਹੀ ਜਾਣ ਸਕਦੇ ਹੋ। ਨਵੇਂ ਇੰਟਰਨੈਟੀ ਦੋਸਤ ਜਦ ਮੇਰੇ ਨਾਲ ਚੈਟ ਕਰਨਾ ਚਾਹੁੰਦੇ ਨੇ ਤਾਂ ਗੱਲਬਾਤ ਇੰਜ ਸ਼ੁਰੂ ਹੁੰਦੀ ਹੈ। ਸਤਿ ਸ੍ਰੀ ਅਕਾਲ ਸਰ ਜੀ। ਜੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਜੀ? ਬਸ ਠੀਕ ਠਾਕ ਹੈ। ਕੋਈ ਨਵੀਂ ਤਾਜ਼ੀ? ਕੋਈ ਖਾਸ ਨਹੀਂ, ਪੁਰਾਣੀ ਹੀ ਸੁਣਾ ਦਿਓ, ਕੋਈ ਹੋਈ ਬੀਤੀ। ਇਸ ਵੇਲੇ ਤੇ ਕੋਈ ਯਾਦ ਨਹੀਂ। ਬਸ ਇੱਥੇ ਕੋ ਆ ਕੇ ਗੱਲਬਾਤ ਅਕਸਰ ਟੁੱਟ ਜਾਂਦੀ ਹੈ। ਉਹ ਸਭ ਸੋਚਦੇ ਹੋਣੇ ਕਿ ਬੰਦਾ ਬੜਾ ਖੁਸ਼ਕੀ ਰਾਮ ਜਿਹਾ ਹੈ। ਅਸਲ ਵਿੱਚ ਸਾਡੇ ਕੋਲ ਹੋਈਆਂ ਬੀਤੀਆਂ ਤਾਂ ਬਹੁਤ ਹੁੰਦੀਆਂ ਨੇ, ਕੋਈ ਅਚਾਨਕ ਸੁਣਾਉਣ ਨੂੰ ਕਹੇ ਤੇ ਯਾਦ ਨਹੀਂ ਆਉਂਦੀਆਂ, ਨਾਲੇ ਯਾਦ ਹੋਣ ਤੇ ਵੀ ਕਿਸੇ ਅਣਜਾਣ ਨੂੰ ਪਹਿਲੀ ਵਾਰੀ ਮਿਲਣ ਤੇ ਬੰਦਾ ਕੀ ਸੁਣਾਵੇ। ਸੋ ਅੱਜ ਮੈਂ ਸੋਚਿਆ ਕਿ ਦੋਸਤਾਂ ਨੂੰ ਕੁਝ ਹੋਈ ਬੀਤੀ ਸੁਣਾ ਹੀ ਦਿੰਦਾ ਹਾਂ। ਮੇਰੀ ਦਾੜੀ ਦੇ ਵਾਲ 30 ਸਾਲ ਦੀ ਉਮਰ ਵਿੱਚ ਸਫੈਦ ਹੋਣੇ ਸ਼ੁਰੂ ਹੋ ਗਏ ਸਨ ਅਤੇ ਮੈਂ 40 ਸਾਲ ਦੀ ਉਮਰ ਤੱਕ ਇਹਨਾਂ ਨੂੰ ਕਾਲੇ ਕਰਨ ਦਾ ਫੈਸਲਾ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। 40 ਸਾਲ ਦਾ ਹੋਣ ਤੇ ਮੇਰੇ ਮਾਤਾ ਜੀ ਕਹਿੰਦੇ 5 ਕੁ ਸਾਲ ਹੋਰ ਖੇਚਲ ਕਰ ਲੈ। ਸ਼ਾਇਦ ਮਾਵਾਂ ਨੂੰ ਪੁੱਤਰ ਉਮਰੋਂ ਪਹਿਲਾਂ ਬੁੱਢੇ ਨਜ਼ਰ ਆਉਂਦੇ ਚੰਗੇ ਨਹੀਂ ਲੱਗਦੇ। ਉਹਨਾਂ ਮੈਨੂੰ ਕੈਨੇਡਾ ਤੋਂ ਮਹਿੰਗੀ ਜਿਹੀ ਡਾਈ ਲਿਆ ਕੇ ਵੀ ਦਿੱਤੀ, ਜੋ ਸਿਰਫ 1.5-2 ਮਿੰਟ ਹੀ ਲਗਾ ਕੇ ਰੱਖਣੀ ਪੈਂਦੀ ਸੀ। ਦੇਖਣ ਨੂੰ ਵਾਲ ਵੀ ਕੁਦਰਤੀ ਕਾਲਿਆਂ ਵਰਗੇ ਲੱਗਦੇ ਸਨ। ਸੰਨ 2008 ਵਿੱਚ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੀ ਚੋਣ ਵੇਲੇ ਦੀ ਗੱਲ ਏ। ਡਾਕਟਰ ਸੁਰਜੀਤ, ਸਵਰਨਜੀਤ ਸਵੀ ਅਤੇ ਮੈਂ ਆਪਣੇ ਵਡਾਰੂ ਸਾਹਿਤਕਾਰਾਂ ਡਾਕਟਰ ਸਤਿੰਦਰ ਸਿੰਘ ਨੂਰ, ਡਾਕਟਰ ਸੁਰਜੀਤ ਪਾਤਰ, ਸਰਦਾਰ ਅਮਰਜੀਤ ਗਰੇਵਾਲ, ਗੁਰਭਜਨ ਗਿੱਲ ਆਦਿ ਤੋਂ ਬਾਗੀ ਹੋ ਗਏ ਅਤੇ ਆਪਣੇ ਤੌਰ ਤੇ ਚੋਣ ਵਿੱਚ ਹਿੱਸਾ ਲੈਣ ਦਾ ਫੈਸਲਾ ਕਰ ਲਿਆ। ਕਹਾਣੀਕਾਰ ਸੁਖਜੀਤ ਵੀ ਸਾਡੇ ਨਾਲ ਮਿਲ ਗਏ। ਮੈਂ ਜਨਰਲ ਸਕੱਤਰ ਲਈ, ਸੁਖਜੀਤ ਨੇ ਸੀਨੀਅਰ ਮੀਤ ਪ੍ਰਧਾਨ ਲਈ ਅਤੇ ਡਾਕਟਰ ਸੁਰਜੀਤ ਸਿੰਘ ਨੇ ਮੀਤ ਪ੍ਰਧਾਨ ਲਈ ਆਪਣੇ ਉਮੀਦਵਾਰੀ ਪਰਚੇ ਦਾਖਲ ਕਰ ਦਿੱਤੇ। ਪ੍ਰਧਾਨਗੀ ਉਹਦੇ ਜਿੱਡਾ ਸਾਡੇ ਕੋਲ ਕੋਈ ਉਮੀਦਵਾਰ ਹੈ ਨਹੀਂ ਸੀ, ਇਸ ਲਈ ਅਸੀਂ ਡਾਕਟਰ ਸਤਿੰਦਰ ਸਿੰਘ ਨੂਰ, ਡਾਕਟਰ ਸੁਰਜੀਤ ਪਾਤਰ, ਸਰਦਾਰ ਅਮਰਜੀਤ ਗਰੇਵਾਲ ਅਤੇ ਸੱਜੇ ਕਾਮਰੇਡਾਂ ਦੇ ਇੱਕ ਧੜੇ ਦੇ ਸਮਰਥਨ ਨਾਲ ਖੜੇ ਡਾਕਟਰ ਦਲੀਪ ਕੌਰ ਟਿਵਾਣਾ ਦੀ ਬਿਨਾਂ ਸ਼ਰਤ ਹਮਾਇਤ ਦਾ ਐਲਾਨ ਕਰ ਦਿੱਤਾ। ਸਵਰਨਜੀਤ ਸਵੀ ਸਾਡੇ ਚੋਣ ਪ੍ਰਬੰਧਕ ਸਨ। ਸਾਡੇ ਇਕਲੌਤੇ ਚੋਣ ਪ੍ਰਚਾਰਕ ਸਵਰਗਵਾਸੀ ਡਾਕਟਰ ਰੁਪਿੰਦਰ ਮਾਨ ਸਨ, ਜੋ ਸਾਡੇ ਹੱਕ 'ਚ ਵੋਟਾਂ ਪਾਉਣ ਲਈ ਮੈਂਬਰਾਂ ਨੂੰ ਵਾਰ-ਵਾਰ ਅਤੇ ਲੰਮੇ-ਲੰਮੇ ਫੋਨ ਕਰਿਆ ਕਰਨ, ਰਾਤਾਂ ਨੂੰ ਵੀ ਸੌਣ ਨਾ ਦਿਆ ਕਰਨ। ਲੋਕ ਸਾਨੂੰ ਕਹਿਣ, ਰੱਬ ਦਾ ਵਾਸਤਾ ਤੁਹਾਨੂੰ ਵੋਟ ਪਾ ਦਿਆਂਗੇ, ਸਾਡੀ ਰੁਪਿੰਦਰ ਤੋਂ ਜਾਨ ਛਡਾਓ। ਚੋਣ ਤੋਂ 4 ਕੁ ਦਿਨ ਪਹਿਲਾਂ ਸਵੀ ਦੇ ਦਫ਼ਤਰ ਆਰਟ ਕੇਵ ਵਿਖੇ ਅਸੀਂ ਪ੍ਰੈਸ ਕਾਨਫਰੰਸ ਬੁਲਾਈ। ਸਾਰੇ ਸ਼ਹਿਰ ਦੇ ਮੀਡੀਆ ਵਾਲਿਆਂ ਨੂੰ ਬੁਲਾਇਆ ਗਿਆ। ਤਿਆਰੀ ਵਜੋਂ ਮੈਂ ਸਵੇਰੇ ਦਾੜੀ ਨੂੰ ਡਾਈ ਲਗਾਈ, ਨਾਲ ਹੀ ਰੁਪਿੰਦਰ ਦਾ ਫੋਨ ਆ ਗਿਆ। ਉਹ ਬੀਤੀ ਰਾਤ ਕੀਤੇ ਚੋਣ ਪ੍ਰਚਾਰ ਦੀ ਪ੍ਰਗਤੀ ਦੱਸਣ ਲੱਗ ਗਏ। ਫੋਨ ਕਾਲ ਨੇ ਤਾਂ ਰੁਪਿੰਦਰ ਦੀ ਮਰਜ਼ੀ ਨਾਲ ਹੀ ਖਤਮ ਹੋਣਾ ਸੀ, ਪਰ ਜਿਹੜੀ ਡਾਈ 2 ਮਿੰਟ ਤੋਂ ਪਹਿਲਾਂ ਧੋਣੀ ਸੀ, ਉਹ 20 ਮਿੰਟ ਤੋਂ ਵੱਧ ਸਮਾਂ ਲੱਗੀ ਰਹਿ ਗਈ। ਲੈਂਡਲਾਈਨ ਦਾ ਫੋਨ ਸੁਣਦਿਆਂ ਬੰਦਾ ਹੋਰ ਜੋ ਮਰਜ਼ੀ ਕਰ ਲਵੇ, ਮੂੰਹ ਤੇ ਲੱਗੀ ਡਾਈ ਨਹੀਂ ਧੋ ਸਕਦਾ। ਵਾਲਾਂ ਲਈ ਲਗਾਇਆ ਰੰਗ ਕਾਲਾ ਸ਼ਾਹ ਹੋ ਕੇ ਚਮੜੀ ਤੇ ਵੀ ਭਿਆਨਕ ਤਰੀਕੇ ਨਾਲ ਚੜ ਗਿਆ। ਗੱਲਾਂ ਤੋਂ ਗਰਦਨ ਤੱਕ ਗੂੜੀ ਕਾਲਖ ਦਾ ਪੋਚਾ ਫਿਰਿਆ ਦਿਸੇ। ਜ਼ਿਆਦਾ ਦੇਰ ਕੈਮੀਕਲ ਲੱਗਾ ਰਹਿਣ ਕਰਕੇ ਚਮੜੀ ਤੇ ਬਾਰੀਕ ਫਿੰਸੀਆਂ ਵੀ ਹੋ ਗਈਆਂ। ਜਿਹੜੀ ਸ਼ਕਲ ਘਰਦਿਆਂ ਨੂੰ ਵੀ ਦਿਖਾਉਣ ਲਾਇਕ ਨਹੀਂ ਸੀ ਰਹੀ, ਉਹ ਪ੍ਰੈਸ ਕਾਨਫਰੰਸ 'ਚ ਸਾਰੇ ਮੀਡੀਆ ਨੂੰ ਦਿਖਾਉਣੀ ਪੈਣੀ ਸੀ ਤੇ ਉਹਨਾਂ ਨੇ ਕਿੰਨੀ ਦੁਨੀਆ ਨੂੰ ਦਿਖਾਉਣੀ ਸੀ। ਬੜੀ ਪਰੇਸ਼ਾਨੀ ਹੋਈ। ਸੋਚਿਆ ਅੱਗੇ ਤੋਂ ਇਹ ਕੁੱਤਾ ਕੰਮ ਨਹੀਂ ਕਰਨਾ। ਦੇਖੋ, ਅਸੀਂ ਕਿਸੇ ਕੰਮ ਜਾਂ ਬੰਦੇ ਨੂੰ ਭੈੜਾ ਕਹਿਣ ਲਈ ਵਿਚਾਰੇ ਕੁੱਤਿਆਂ ਨੂੰ ਕਿਵੇਂ ਵਿੱਚ ਲਿਆ ਕੇ ਗਾਲ ਦੇ ਜਾਂਦੇ ਹਾਂ, ਜਦਕਿ ਕੁੱਤੇ ਦਾ ਅਜਿਹੀਆਂ ਗੱਲਾਂ ਨਾਲ ਕੋਈ ਸਬੰਧ ਨਹੀਂ ਹੁੰਦਾ। ਇਹ ਬੰਦੇ ਦਾ ਆਪਣੀ ਪਰੇਸ਼ਾਨੀ ਨੂੰ ਥੁੱਕਣ ਦਾ ਨਾਜਾਇਜ਼ ਢੰਗ ਏ।
खैर नवीਆਂ ਤੇ ਵੱਡੀਆਂ ਪਰੇਸ਼ਾਨੀਆਂ ਬੰਦੇ ਨੂੰ ਪੁਰਾਣੀਆਂ ਪਰੇਸ਼ਾਨੀਆਂ ਭੁਲਾਉਣ 'ਚ ਸਹਾਈ ਹੁੰਦੀਆਂ ਨੇ। ਅਕੈਡਮੀ ਦੀ ਚੋਣ 'ਚ ਸਾਡੇ ਨਾਲ ਬੜੀ ਬੁਰੀ ਹੋਈ। ਸਾਡੇ ਪੈਨਲ 'ਚੋਂ ਕੇਵਲ ਕਹਾਣੀਕਾਰ ਸੁਖਜੀਤ ਹੀ ਸਫਲ ਹੋਏ, ਉਹ ਵੀ ਤਕਨੀਕੀ ਕਾਰਨਾਂ ਕਰਕੇ। ਮੇਰੇ ਨਾਲ ਤਾਂ ਸਭ ਤੋਂ ਭੈੜੀ ਹੋਈ। ਸਾਡੇ ਬਿਨਾਂ ਸ਼ਰਤ ਸਮਰਥਨ ਨਾਲ ਡਾਕਟਰ ਦਲੀਪ ਕੌਰ ਟਿਵਾਣਾ ਪ੍ਰਧਾਨਗੀ ਪਦ ਲਈ ਜ਼ਰੂਰ ਸਫਲ ਹੋਏ, ਉਹ ਵੀ 30 ਕੁ ਵੋਟਾਂ ਦੇ ਫਰਕ ਨਾਲ। ਮੈਡਮ ਟਿਵਾਣਾ ਨੇ ਤਾਂ ਭਾਵੇਂ ਸਾਨੂੰ ਨਹੀਂ ਗੌਲਿਆ, ਪਰ ਉਹਨਾਂ ਤੋਂ 30 ਵੋਟਾਂ ਦੇ ਫਰਕ ਨਾਲ ਹਾਰਨ ਵਾਲੇ ਪ੍ਰੋਫੈਸਰ ਗੁਰਭਜਨ ਗਿੱਲ ਅਤੇ ਉਹਨਾਂ ਦੇ ਸਥਾਨਕ ਸਮਰਥਕ ਸਾਡੇ ਤੇ ਬੜੇ ਔਖੇ ਹੋਏ। ਜਿੰਨੀਆਂ ਕੁ ਸਾਨੂੰ ਵੋਟਾਂ ਪਈਆਂ, ਉਦੋਂ ਵੱਧ ਉਹਨਾਂ ਸਾਨੂੰ ਗਾਲਾਂ ਦਿੱਤੀਆਂ। ਇਸ ਉਦਾਸੀ ਅਤੇ ਪਰੇਸ਼ਾਨੀ ਦੇ ਮਾਹੌਲ ਵਿੱਚ ਡਾਈ ਵਾਲੀ ਪਰੇਸ਼ਾਨੀ ਤਾਂ ਕਿਤੇ ਪਿੱਛੇ ਰਹਿ ਗਈ, ਭੁਲਾ ਗਈ। ਨਤੀਜਾ ਦਾੜੀ ਕਾਲੀ ਕਰਨ ਵਾਲਾ ਪਤਿਤ ਪੁਣਾ ਜਾਰੀ ਰਿਹਾ। ਕੁਝ ਮਹੀਨਿਆਂ ਬਾਅਦ ਅਮਰੀਕਾ ਤੋਂ ਮੇਰੇ ਕਾਲਜ ਦੇ ਵਕਤਾਂ ਦੇ ਦੋਸਤ ਜਗਜੀਤ ਸੰਧੂ, ਹੁਣ ਜਗਜੀਤ ਨੌਸ਼ਹਿਰਵੀ ਦਾ ਫੋਨ ਆਇਆ। ਉਹ ਕੈਲੀਫੋਰਨੀਆ ਦੇ ਪੰਜਾਬੀ ਲੇਖਕਾਂ ਦੀ ਵੱਡੀ ਸਭਾ ਦੇ ਅਹੁਦੇਦਾਰ ਸਨ, ਜੋ ਹਰ ਸਾਲ ਅੰਤਰਰਾਸ਼ਟਰੀ ਪੱਧਰ ਦਾ 2-3 ਰੋਜ਼ਾ ਵੱਡਾ ਸਮਾਗਮ ਰਚਾਉਂਦੀ ਏ। ਉਹਨਾਂ ਮੈਨੂੰ ਆਪਣੇ ਕਵੀ ਦਰਬਾਰ ਵਾਲੇ ਸੈਸ਼ਨ ਦੀ ਪ੍ਰਧਾਨਗੀ ਕਰਨ ਲਈ ਕਿਹਾ। ਮੇਰੇ ਨਾਲ ਪਹਿਲੀ ਵਾਰੀ ਇਸ ਤਰ੍ਹਾਂ ਹੋਣੀ ਸੀ, ਸੋ ਆਪਾਂ ਹਾਂ ਕਰ ਦਿੱਤੀ। ਸਭਾ ਵੱਲੋਂ ਸਤਿਕਾਰ ਭਰੇ ਸ਼ਬਦਾਂ ਵਾਲਾ ਬਕਾਇਦਾ ਸੱਦਾ ਪੱਤਰ ਵੀ ਪਹੁੰਚ ਗਿਆ। ਵੀਜ਼ਾ ਲੈਣ ਲਈ ਲੋੜੀਂਦੇ ਫਾਰਮ ਭਰੇ, ਆਪਣਾ ਰੁਤਬਾ ਅਤੇ ਮਹਾਨਤਾ ਸਿੱਧ ਕਰਨ ਵਾਲੇ ਕਾਗਜ਼ਾਤ ਇਕੱਠੇ ਕੀਤੇ, ਪੂਰੀ ਇਹਤਿਆਤ ਅਤੇ ਸਲੀਕੇ ਨਾਲ ਵਾਲ ਕਾਲੇ ਕੀਤੇ, ਦੇਖਣ ਨੂੰ ਪੂਰੀ ਤਰ੍ਹਾਂ ਕੁਦਰਤੀ ਕਾਲੇ ਲੱਗਣ ਲੱਗੇ। ਦਿੱਲੀ ਵਾਲੇ ਅਮਰੀਕੀ ਸਫਾਰਤਖਾਨੇ ਵੀਜ਼ਾ ਮੰਗਣ ਪਹੁੰਚ ਗਏ। ਵੀਜ਼ਾ ਅਫਸਰ ਬੀਬੀ ਨੇ ਸਿਰਫ ਵੀਜ਼ਾ ਅਰਜ਼ੀ ਫੜੀ, ਫਿਰ ਸੱਦਾ ਪੱਤਰ ਦਿਖਾਉਣ ਲਈ ਕਿਹਾ। ਫੜ ਕੇ ਪਹਿਲਾਂ ਤਾਂ ਉਹ ਸੱਦਾ ਪੱਤਰ ਦੀ ਇਬਾਰਤ ਨੂੰ ਸਹਿਜ ਭਾਅ ਪੜ੍ਹਨ ਲੱਗੀ, ਪਰ ਪ੍ਰਧਾਨਗੀ ਵਾਲੀ ਗੱਲ ਤੇ ਪਹੁੰਚ ਕੇ ਉਸ ਭਰਵੱਟੇ ਥੋੜੇ ਉੱਪਰ ਨੂੰ ਤਾਣ ਲਏ। ਫਿਰ ਮੇਰੇ ਮੂੰਹ ਵੱਲ ਦੇਖਿਆ, ਬਹੁਤ ਹਲਕਾ ਜਿਹਾ ਮੁਸਕਰਾਈ ਅਤੇ ਕਹਿਣ ਲੱਗੀ, You look too young to preside over any international literary function. ਮੇਰਾ ਪਾਸਪੋਰਟ ਮੇਰੇ ਸਾਹਮਣੇ ਰੱਖ ਕੇ ਬੋਲੀ, No visa। ਮੈਨੂੰ ਪੰਜਾਬੀ ਵਿੱਚ ਇਹ ਸੁਣਿਆ, ਪ੍ਰਧਾਨਗੀ ਕਰਨ ਵਾਲੀ ਸ਼ਕਲ ਦੇਖੀ ਜੇ ਆਪਣੀ। ਮੈਂ ਅੱਗੋਂ ਕੁਝ ਬੋਲਣ ਲਈ ਅਜੇ ਅੰਗਰੇਜ਼ੀ ਇਕੱਠੀ ਹੀ ਕਰ ਰਿਹਾ ਸੀ ਕਿ ਉਹ ਪਹਿਲਾਂ ਨਾਲੋਂ ਉੱਚੀ ਅਤੇ ਆਵਾਜ਼ ਨੂੰ ਲਮਕਾ ਕੇ ਦੁਬਾਰਾ ਬੋਲੀ, No visa। ਮੈਂ ਆਪਣੇ ਹੱਥੀਂ ਕਾਲਾ ਕੀਤਾ, ਮੂੰਹ ਲੈ ਕੇ ਦਿੱਲੀੋਂ ਪਰਤ ਆਇਆ। ਮੁੜ ਦਾੜੀ ਰੰਗਣ ਵਾਲੇ ਸਾਜੋ ਸਮਾਨ ਵੱਲ ਨਹੀਂ ਝਾਕਿਆ। ਦਿਨਾਂ ਦੇ ਬੀਤਣ ਨਾਲ ਵਾਲ ਆਪਣੀਆਂ ਜੜ੍ਹਾਂ ਵੱਲੋਂ ਅਸਲੀ ਰੰਗ ਦਿਖਾਉਣ ਲੱਗੇ। ਹੌਲੀ ਹੌਲੀ ਦਾੜੀ ਕਾਲੀ ਤੇ ਚਿੱਟੀ 2 ਮੰਜ਼ਲੀ ਹੋ ਗਈ। ਯਾਰ ਦੋਸਤ ਤੇ ਵਾਕਫ ਪੁੱਛਣ, ਕੀ ਹੋਇਆ? ਮੈਂ ਕਹਾਂ, ਛੱਡਤੀ ਬਸ। ਸੁਭਾਵਿਕ ਤੌਰ ਤੇ ਅਗਲਾ ਸਵਾਲ ਹੁੰਦਾ ਸੀ, ਕਿਉਂ ਛੱਡਤੀ? ਇਸ ਕਿਉਂ ਦਾ ਜਵਾਬ ਮੈਂ ਬੰਦਾ ਦੇਖ ਕੇ ਅਲੱਗ ਦਿੰਦਾ ਰਿਹਾ। ਵਿਚਲੀ ਗੱਲ ਕਿਸੇ ਨੂੰ ਘੱਟ ਹੀ ਦੱਸੀ। ਇਸ ਨਾਲ ਮੈਂ ਆਪਣਾ ਅਤੇ ਪੁੱਛਣ ਵਾਲਿਆਂ ਦਾ ਮਨੋਰੰਜਨ ਕਰਦਾ ਰਿਹਾ। ਕਿਸੇ ਨੂੰ ਤਾਂ ਕਹਿ ਦੇਣਾ ਮੈਨੂੰ ਪੰਡਤ ਨੇ ਦੱਸਿਆ, ਕਿਸੇ ਹੋਰ ਨੂੰ ਕਹਿ ਦੇਣਾ ਆਪਣਾ ਮਕਾਨ ਬਣਦਾ ਹੋਣ ਕਰਕੇ ਜ਼ਰਾ ਪੈਸੇ ਦੀ ਤੰਗੀ ਆ ਗਈ ਸੀ, ਇਸ ਲਈ ਕਈ ਪਾਸਿਆਂ ਤੋਂ ਵਾਧੂ ਖਰਚੇ ਘਟਾਏ ਨੇ। ਕਿਸੇ ਨੂੰ ਕਹਿਣਾ ਮੈਂ ਸੋਚਿਆ ਜਿਹੜਾ ਖੋਹਣ ਅਸਲੀ ਕਾਲੀ ਨਾਲ ਨਹੀਂ ਖੋਹ ਸਕੇ, ਉਹ ਨਕਲੀ ਨਾਲ ਕਿਹੜਾ ਖੋਹ ਲਵਾਂਗੇ, ਇਸ ਕਰਕੇ ਕਾਲੀ ਕਰਨੀ ਛੱਡਤੀ। ਕਈਆਂ ਨੂੰ ਬੜੇ ਵਿਦਵਾਨੀ ਲਹਿਜ਼ੇ 'ਚ ਕਹਿਣਾ, ਅਸਲ ਵਿੱਚ ਬੰਦੇ ਦੇ ਵਾਲ ਕਾਲੇ ਕਰਨ ਪਿੱਛੇ ਇੱਕ ਮਨੋਵਿਗਿਆਨਕ ਕਾਰਨ ਹੁੰਦਾ। ਬੰਦਾ ਸੋਚਦਾ ਕਿ ਮੈਂ ਦੇਖਣ ਨੂੰ ਜਿੰਨੀ ਉਮਰ ਦਾ ਲੱਗਦਾ ਉਨੀ ਅਕਲ ਤੇ ਮੈਨੂੰ ਆਈ ਨਹੀਂ। ਫਿਰ ਬੰਦਾ ਸੋਚਦਾ ਅਕਲ ਲਿਆਉਣੀ ਤੇ ਔਖੀ ਹੈ, ਚਲੋ ਸੌਖਾ ਕੰਮ ਕਰ ਲੈਂਦੇ ਹਾਂ, ਵਾਲ ਰੰਗ ਕੇ ਆਪਣੀ ਦਿੱਖ ਨੂੰ ਆਪਣੀ ਅਕਲ ਦੇ ਹਾਣ ਦੀ ਕਰ ਲੈਂਦੇ ਹਾਂ। ਮੈਂ ਵੀ ਇਸੇ ਕਰਕੇ ਵਾਲ ਕਾਲੇ ਕਰਦਾ ਸੀ, ਪਰ ਹੁਣ ਸੋਚਿਆ ਮਨਾ, ਅਕਲ ਨੇ ਤਾਂ ਸਾਰੀ ਉਮਰ ਆਉਣਾ ਹੀ ਨਾ ਹੋ, ਸਾਰੀ ਉਮਰ ਦਾੜੀ ਦੇ ਨੌਕਰ ਕਿਉਂ ਲੱਗੇ ਰਹਿਣਾ। ਮੇਰੇ ਵੰਨ ਸੁਵੰਨੇ ਜਵਾਬਾਂ ਨਾਲ ਕਿਸੇ ਦੀ ਤਸੱਲੀ ਹੋ ਜਾਂਦੀ, ਕਿਸੇ ਦੀ ਨਾ ਹੁੰਦੀ। ਕੋਈ ਗੰਭੀਰ ਹੋ ਜਾਂਦਾ, ਕੋਈ ਹੱਸ ਜਾਂ ਮੁਸਕਰਾ ਛੱਡਦਾ। ਪਰ ਇਸ ਕੰਮ ਤੋਂ ਛੁਟਕਾਰਾ ਪਾ ਕੇ ਜਾਨ ਬੜੀ ਸੌਖੀ ਹੋ ਗਈ। ਨੁਕਸਾਨ ਕੋਈ ਨਹੀਂ ਹੋਇਆ। ਨੌਜਵਾਨ ਇੱਜ਼ਤ ਵਾਧੂ ਕਰਦੇ ਨੇ, ਸਿਆਣੇ ਲੋਕ ਮੈਨੂੰ ਵੀ ਸਿਆਣਾ ਸਮਝਦੇ ਨੇ, ਪਰ ਉਦੋਂ ਥੋੜੀ ਹੈਰਾਨੀ ਹੁੰਦੀ ਏ ਜਦ ਕੋਈ ਪੁੱਛ ਲੈਂਦਾ ਰਿਟਾਇਰ ਹੋਇਆਂ ਕਿੰਨੇ ਸਾਲ ਹੋ ਗਏ। ਪਰ ਮੈਂ ਇਸ ਹੈਰਾਨੀ ਦੀ ਗੇਂਦ ਮੋੜ ਕੇ ਪੁੱਛਣ ਵਾਲੇ ਦੇ ਪਾੜੇ 'ਚ ਹੀ ਵਾਪਸ ਮੋੜ ਦੇਣਾ। ਅਜੇ ਤਾਂ ਪੂਰਨ ਦੇ ਭੋਰੇ ਜਿੰਨੇ ਜਾਂ ਰਾਮ ਦੇ ਬਨਵਾਸ ਜਿੰਨੇ ਨੌਕਰੀ ਦੇ 12-14 ਸਾਲ ਪਏ ਨੇ, ਪਰ ਮੈਂ ਪਹਿਲਾਂ ਹੀ ਰਿਟਾਇਰਮੈਂਟ ਲੈਣੀ ਸੋਚਦਾ। ਸੋ ਇਹ ਸੀ ਜਸਵੰਤ ਸਿੰਘ ਜ਼ਫਰ ਹੋਰਾਂ ਦੇ ਜੀਵਨ ਦੀ ਇੱਕ ਬਹੁਤ ਦਿਲਚਸਪ ਕਹਾਣੀ,
ਜਾਂ ਦਿਲਚਸਪ ਯਾਦ ਜਾਂ ਦਿਲਚਸਪ ਵਾਕਿਆ ਅਸੀਂ ਕਹਿ ਸਕਦੇ ਹਾਂ। ਇਸ ਤਰ੍ਹਾਂ ਲੇਖਕਾਂ ਦੀਆਂ ਜੀਵਨ ਯਾਦਾਂ ਦੇ ਬਾਰੇ 'ਚ ਜਾਣਨ ਦੇ ਲਈ ਜਾਂ ਲੇਖਕਾਂ ਦੇ ਜੀਵਨ ਬਾਰੇ ਜਾਣਨ ਦੇ ਲਈ ਜਾਂ ਉਹਨਾਂ ਦੀ ਜ਼ਿੰਦਗੀ ਦੇ ਦਿਲਚਸਪ ਵਾਕਿਆਤ ਜਾਣਨ ਦੇ ਲਈ, ਸੁਣਨ ਦੇ ਲਈ ਤੁਸੀਂ ਹਰਜਸ ਟੀਵੀ ਨੂੰ ਸਬਸਕ੍ਰਾਈਬ ਕਰੋ ਅਤੇ ਸਾਂਝਾ ਕਰੋ।